अस्सलामुअलैका या साहिबुल असर व ज़मान। सच्चा वली ते झूठे वली ਇਹ ਦੋਵਾਂ ਦੀਆਂ ਕੀ ਨਿਸ਼ਾਨੀਆਂ ਨੇ, ਇਹਨਾਂ ਦੇ ਆਪਸ ਵਿੱਚ ਮੁਆਜ਼ਨਾ। ਝੂਠਾ ਵਲੀ ਕਰਾਮਾਤ ਕਿਵੇਂ ਕਰ ਲੈਂਦਾ? ਲੋਕਾਂ ਦਾ ਸਵਾਲ ਹੈ ਕਿ ਅਗਰ ਲੋਕ ਝੂਠੇ ਜਿਹੇ ਹੁੰਦੇ ਨੇ ਫਿਰ ਉਹ ਕਰਾਮਤਾਂ ਕਿਵੇਂ ਕਰ ਲੈਂਦੇ ਨੇ, ਉਹਨਾਂ ਦੀਆਂ ਮੰਨਤਾਂ ਕਿਵੇਂ ਪੂਰੀਆਂ ਹੁੰਦੀਆਂ ਉਹਨਾਂ ਕੋਲ ਜਾ ਕੇ, ਉਹ ਜੋ ਕਹਿੰਦੇ ਨੇ ਪੂਰਾ ਕਿਵੇਂ ਹੋ ਜਾਂਦਾ। ਅਤੇ ਸਾਨੂੰ ਤਾਂ ਲੱਗਦਾ ਫਿਰ ਉਹ ਸੱਚੇ ਪੀਰ ਨੇ। ਇਹ ਬੜੇ ਕੰਫਿਊਜ਼ ਨੇ ਲੋਕ ਇਸ ਵਜ੍ਹਾ ਤੋਂ। ਸੱਚੇ ਵਲੀਆਂ ਨੂੰ ਜਿਹੜੀ ਵਲਾਇਤ ਹੈ ਉਹ ਮੌਲਾ ਅਲੀ अलैहिस्सलाम ਤੋਂ ਮਿਲਦੀ ਹੈ। ਜਿੰਨਾ ਵੀ ਸਿਲਸਿਲਾ ਵਲਾਇਤ ਦਾ ਮੌਲਾ ਅਲੀ अलैहिस्सलाम ਤੋਂ ਚੱਲਦਾ, ਜਿਹਦੇ ਵਿੱਚ ਬੇਸ਼ੁਮਾਰ ਤਾਕਤਾਂ ਮਿਲਦੀਆਂ ਨੇ, ਫੈਜ਼ ਮਿਲਦੇ ਨੇ। ਠੀਕ ਹੈ, ਜਿਸ ਤਰ੍ਹਾਂ ਕਿ ਸ਼ਾਹ ਸ਼ਮਸ ਤਬਰੇਜ਼, ਇਹਨਾਂ ਨੇ ਸੂਰਜ ਨੂੰ ਜ਼ਮੀਨ ਦੇ ਕਰੀਬ ਕਰ ਦਿੱਤਾ। ਠੀਕ ਹੈ, ਹੋਰ ਵੀ ਬੜੇ ਔਲੀਆ ਕਰਾਮ ਦੀਆਂ ਕਰਾਮਤਾਂ ਨੇ, ਤੁਸੀਂ ਸੁਣੀਆਂ ਹੋਣੀਆਂ ਨੇ। ਮੈਂ ਦੱਸਾਂ ਕਿ ਤੁਸੀਂ ਸੁਣੀਆਂ ਹੀ ਹੋਣੀਆਂ ਨੇ। ਅਤੇ ਇਹ ਜਿਹੜੇ ਇਖਤਿਆਰਾਤ ਨੇ, ਇਹਨੇ ਜਿਹੜੇ ਵਿਲਾਇਤ ਨੇ, ਇਹਦੀ ਜਿਹੜੀ ਮੋਹਰ, ਇਹਦੀ ਸਨਦ ਮੌਲਾ ਅਲੀ अलैहिस्सलाम ਤੋਂ ਮਿਲਦੀ ਹੈ। ਠੀਕ ਹੈ, ਹੁਣ ਸੱਚਾ ਵਲੀ ਜਿਹੜਾ ਹੁੰਦਾ ਹੈ ਉਹ ਸਾਦਾ ਹੁੰਦਾ ਹੈ, ਉਹ ਪਹਿਚਾਣਿਆ ਨਹੀਂ ਜਾਂਦਾ। ਇੱਕ ਇਹਦੀ ਇਹ ਬੜੀ ਪ੍ਰੋਬਲਮ ਹੁੰਦੀ ਹੈ, ਸੱਚਾ ਵਲੀ ਪਹਿਚਾਣਿਆ ਨਹੀਂ ਜਾਂਦਾ। ਉਹ ਸਾਦਾ ਰਹੇਗਾ, ਦੁਨੀਆਦਾਰ ਬਣ ਕੇ ਰਹੇਗਾ, ਆਮ ਬਣ ਕੇ ਰਹੇਗਾ, ਉਹਨੂੰ ਮਤਲਬ ਪਹਿਚਾਣ ਨਹੀਂ ਸਕਦਾ। ਇੱਥੋਂ ਦੀ ਕਰਕੇ ਸ਼ਾਇਦ ਉਹ ਨਮਾਜ਼ ਰੋਜ਼ੇ ਵੀ ਨਾ ਪੜ੍ਹੇ। ਜਿਵੇਂ ਬੁੱਲੇ ਸ਼ਾਹ ਸਰਕਾਰ, ਲੋਕ ਸਾਰੇ ਆਲਮਾਂ ਨੇ ਮਿਲ ਕੇ ਉਹਨੂੰ ਕਾਫਰ ਆਖਿਆ, ਸ਼ਾਹ ਸ਼ਮਸ ਤਬਰੇਜ਼ ਨੂੰ ਰਲ ਕੇ ਸਾਰਿਆਂ ਕਾਫਰ ਆਖਿਆ। ਇਸੇ ਤਰ੍ਹਾਂ ਜਿਹੜੇ ਔਲੀਆ ਅੱਲਾ ਹਕੀਕੀ ਨੇ, ਉਹਨੂੰ ਅਕਸਰ ਆਲਮ ਨੇ ਦੀਨ ਜਿਹੜੇ ਨੇ, ਮੁਫਤੀ ਨੇ, ਜਿਹੜੇ ਫਰੀ ਮੁਫਤੀ, ਯਾਨੀ ਕਿ ਉਹ ਉਹਨੂੰ ਕਾਫਰ ਹੀ ਕਹਿੰਦੇ ਨੇ। ਗੱਲ ਸਮਝ ਆ ਰਹੀ ਹੈ? ਅਤੇ ਜਿਹੜਾ ਝੂਠਾ ਵਲੀ ਹੋਏਗਾ ਉਹ ਆਪਣੇ ਇਮਾਮੇ ਨਾਲ, ਆਪਣੇ ਲਿਬਾਸ ਨਾਲ, ਇਬਾਦਾਤ ਨਾਲ, ਠੀਕ ਹੈ, ਇੱਥੋਂ ਤੱਕ ਕਿ ਆਪਣੇ ਅਖਲਾਕ ਨਾਲ ਲੋਕਾਂ ਨੂੰ ਇੰਪਰੈਸ ਕਰਦਾ, ਤਾਂ ਕਿ ਲੋਕਾਂ ਦੇ ਵਿੱਚ ਉਹ ਮਕਬੂਲ ਹੋ ਸਕੇ, ਫੇਮਸ ਹੋ ਸਕੇ। ਇਹ ਝੂਠੇ ਵਲੀ ਦੀ ਪਛਾਣ ਹੁੰਦੀ ਹੈ। ਸੱਚਾ ਵਲੀ ਲੁਕ ਕੇ ਰਹਿੰਦਾ, ਉਹ ਇਬਾਦਤ ਕਰੇਗਾ ਵੀ ਅਤੇ ਛੁਪ ਕੇ ਕਰੇਗਾ। ਝੂਠਾ ਵਲੀ ਜਿਹੜਾ ਹੈਗਾ ਉਹ ਲੋਕਾਂ ਨੂੰ ਜਿਹੜਾ ਨਾ ਸ਼ੋ ਆਫ ਕਰਵਾਉਂਦਾ। ਸੱਚਾ ਵਲੀ ਜਿਹੜਾ ਹੈ, ਇਹਦਾ ਮੁਰਸ਼ਦ ਮੌਲਾ ਅਲੀ अलैहिस्सलाम ਹੁੰਦਾ ਹੈ। ਮਾਜ਼ੀ, ਹਾਲ, ਆਉਣ ਵਾਲਾ ਕੱਲ੍ਹ ਜਾਣਦੇ ਨੇ ਜੀ, ਹੋਏਗਾ ਕੀ ਹੋ ਰਿਹਾ ਅਤੇ ਕਿਵੇਂ ਹੋਣਾ, ਇਹ ਸਾਰਾ ਕੁਛ ਇਹ ਜਾਣਦੇ ਨੇ। ਸੱਚਾ ਵਲੀ ਵੀ ਮੌਜ਼ੇ ਵੀ ਕਰ ਸਕਦੇ ਨੇ, ਜਿਹਨੂੰ ਕਰਾਮਤ ਕਹਿ ਲਓ ਯਾਰ। ਜੇ ਤੁਹਾਨੂੰ ਇਹ ਪ੍ਰੋਬਲਮ ਪੀੜ ਉੱਠਦੀ ਜੀ, ਮੌਜ ਦਾ ਨਬੀ ਕਰਦਾ, ਕਰਾਮਤ ਕਹਿ ਸਕਦੇ ਹੋ ਤੁਸੀਂ। ਠੀਕ ਹੈ, ਕਿੰਦੀ ਕਿੰਨੀ ਔਲਾਦ ਹੋਏਗੀ, ਇਹ ਸੱਚਾ ਵਲੀ ਜਾਣਦਾ ਹੈ, ਕਿਉਂਕਿ ਵਲਾਇਤ ਕੋਈ ਛੋਟਾ ਮੋਟਾ ਚੀਜ਼, ਤਾਕਤ ਨਹੀਂ ਹੈ। ਅਤੇ ਜਿਹੜਾ ਝੂਠਾ ਵਲੀ ਹੈ, ਇਹਦਾ ਮੁਰਸ਼ਦ ਸ਼ੈਤਾਨ ਹੈ। ਇਹ ਵੀ ਇਲਮ ਰੱਖਦੇ ਨੇ, ਸ਼ੈਤਾਨ ਵੀ ਛੋਟਾ ਜਿਹਾ ਆਲਮ ਨਹੀਂ ਹੈਗਾ, ਬੜਾ ਵੱਡਾ ਇਲਮ ਰੱਖਦਾ। ਇਹ ਜਾਦੂ ਕਰਾਮਤ ਕਰ ਸਕਦਾ, ਇਹ ਵੀ ਜਾਦੂ ਕਰਦਾ। ਇਹ ਵੀ ਜਾਣਦੇ ਨੇ ਸਾਰਾ ਕੁਛ ਕਿ ਕੀ ਹੋਏਗਾ ਕੀ ਨਹੀਂ ਹੋਏਗਾ। ਜਿਸ ਤਰ੍ਹਾਂ ਕੋਈ ਮਿਸਾਲ ਦਿੱਤੀ ਸੀ ਕਿ ਫਿਰੌਨ ਦੇ ਜਿਹੜੇ ਹੈਗੇ ਸੀ ਨਜੂਮੀ, ਉਹਨਾਂ 50 ਸਾਲ ਆਉਣ ਵਾਲੇ ਹਾਲਾਤ ਪਹਿਲੇ ਦੱਸਦੇ ਕਿ ਮੂਸਾ ਆਏਗਾ, ਕੀ ਕਰੇਗਾ, ਤੇਰਾ ਤਖਤ ਮਤਲਬ ਹੁਕੂਮਤ ਖ਼ਤਮ ਕਰੇਗਾ, ਇਹ ਜਾਣਦੇ ਸੀ। ਹੁਣ ਝੂਠੇ ਵਾਲੀ ਦੀ ਇੱਕ ਕਮਜ਼ੋਰੀ ਹੈ, ਉਹ ਦੱਸ ਤਾਂ ਸਕਦਾ ਹੈ ਤੂੰ ਕੀ ਕਰੇਗਾ, ਕਿਵੇਂ ਕੀਤਾ, ਤੇਰੀ ਔਲਾਦ ਕਿੰਨੀ ਹੋਏਗੀ, ਤੂੰ ਖਾਏਗਾ ਕੀ, ਇਹ ਸਾਰਾ ਦੱਸ ਤਾਂ ਸਕਦਾ, ਪਰ ਇੱਕ ਚੀਜ਼ ਨਹੀਂ ਦੱਸ ਸਕਦਾ, ਉਹਦੀ ਕਮਜ਼ੋਰੀ ਹੈ। ਉਹਨੂੰ ਦੁਨੀਆ ਦਾ ਤਾਂ ਇਲਮ ਹੈ, ਪਰ ਵਕਤ ਦੇ ਇਮਾਮ ਦੀ ਉਹਨੂੰ ਪਹਿਚਾਣ ਨਹੀਂ ਹੈ, ਅਤੇ ਨਾ ਇਹਦੇ ਕੋਲ ਉਸ ਬਾਰੇ ਦਾ ਇਲਮ ਹੈ ਕੋਈ, ਵਕਤ ਦੇ ਇਮਾਮ ਦਾ। ਜਦੋਂ ਵੀ ਇਹਨੂੰ ਕੋਈ ਵਕਤ ਦੇ ਇਮਾਮ ਦੇ ਬਾਰੇ ਪੁੱਛੋਗੇ ਤਾਂ ਉਹ ਟਾਲ ਮਟੋਲ ਕਰੇਗਾ। ਉਹਦੀ ਥਾਂ 'ਤੇ ਤੁਹਾਨੂੰ ਕਹੇਗਾ ਨਹੀਂ ਜੀ, ਅਦਬ ਕਰੋ ਮਾਂ ਪਿਓ ਦਾ, ਨਮਾਜ਼ ਪੜ੍ਹੋ ਜੀ, ਬਸ ਰੋਜ਼ਾ ਰੱਖੋ, ਬਸ ਅੱਲਾ ਕਰੋ, ਬਸ ਇਹ ਚੀਜ਼ਾਂ ਤੁਹਾਨੂੰ ਦੱਸੇਗਾ ਜਿਹੜੀਆਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਸੀ, ਉਹ ਦੱਸੇਗਾ। ਵਕਤ ਦੇ ਇਮਾਮ ਦੇ ਬਾਰੇ ਨਹੀਂ ਦੱਸੇਗਾ। ਅਗਰ ਅਸੀਂ ਇੱਕ ਸਕੂਲ ਛੱਡ ਕੇ ਦੂਸਰੇ ਸਕੂਲ ਜਾਈਦਾ ਹੈ, 5ਵੀਂ ਤੋਂ ਲੈ ਕੇ ਮੈਟ੍ਰਿਕ ਕਰਨਾ ਹੈ ਅਗਰ, ਅਤੇ ਉਹ ਅਗਰ 5ਵੀਂ ਕਲਾਸ ਸਕੂਲ ਵਿੱਚ ਨਹੀਂ ਸੀ, ਅਤੇ ਤਾਂ ਹੀ ਅਸੀਂ ਪੜ੍ਹਿਆ ਸੀ ਨਾ 10ਵੀਂ ਦੇ ਵਿੱਚ। ਅਤੇ ਅਗਰ ਇੱਕ ਉਹੀ ਮੁਰਸ਼ਦ ਨੇ ਸਬਕ ਦੇਣਾ ਹੈ ਜਿਹੜਾ ਝੂਠਾ ਹੈ, ਅਤੇ ਉਹੀ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ, ਨੈੱਟ ਤੋਂ ਵੀ ਮਿਲ ਜਾਂਦਾ, ਯੂਟਿਊਬ ਤੋਂ ਵੀ ਮਿਲ ਜਾਂਦਾ, ਕਿਤਾਬਾਂ 'ਚ ਵੀ ਮਿਲ ਜਾਂਦਾ, ਸਾਨੂੰ ਮੁਰਸ਼ਦ ਪੜ੍ਹਨ ਦੀ ਲੋੜ ਕਿਹੜੀ ਫਿਰ? ਲਿਹਾਜ਼ਾ ਉਹ ਟਾਲ ਮਟੋਲ ਕਰੇਗਾ ਤੁਹਾਨੂੰ, ਅਤੇ ਵਕਤ ਦਾ ਇਮਾਮ ਹੀ ਨਹੀਂ ਦੱਸੇਗਾ, ਬਾਕੀ ਹੋਰ ਬੜੀਆਂ ਚੀਜ਼ਾਂ ਦੱਸੇਗਾ। ਉਹ ਕਹਿੰਦੇ ਨਾ, ਨੁਕਤਾ ਛੱਡ ਕੇ ਤੇ ਹਿਸਾਬਾਂ 'ਚ ਤੁਹਾਨੂੰ ਪਾ ਦੇਗਾ। ਸੱਚੇ ਵਲੀ ਦੀ ਨਿਸ਼ਾਨੀ ਕੀ ਹੈ? ਸੱਚਾ ਵਲੀ ਇਮਾਮ ਜ਼ਮਾਨ ਦਾ ਆਰਫ ਹੋਏਗਾ। ਉਹ ਦੁਨੀਆ ਨੂੰ ਤਰਜੀਹ ਨਹੀਂ ਦੇਗਾ, ਬਲਕਿ ਉਹ ਸਭ ਜ਼ਿਕਰਾਂ ਦੇ ਉੱਤੇ ਇਮਾਮ ਜ਼ਮਾਨਾ अलैहिस्सलाम ਦੇ ਜ਼ਿਕਰ ਨੂੰ ਤਰਜੀਹ ਦੇਗਾ। ਠੀਕ ਹੈ, ਇਮਾਮ ਜ਼ਮਾਨਾ अलैहिस्सलाम ਦੇ ਜ਼ਿਕਰ ਨੂੰ ਤਰਜੀਹ ਦੇਗਾ। ਜਦੋਂ ਇਹਦੇ ਤੋਂ ਵਕਤ ਦਾ ਇਮਾਮ ਪੁੱਛੋਗੇ ਤਾਂ ਉਹ ਜ਼ਰੂਰ ਦੱਸੇਗਾ, ਅਤੇ ਉਹ ਵਕਤ ਦੇ ਇਮਾਮ ਨਾਲ ਮੁਲਾਕਾਤ ਵੀ ਕਰਵਾ ਸਕਦਾ ਹੋਵੇਗਾ ਜੀ। ਵਕਤ ਦੇ ਇਮਾਮ ਨਾਲ ਮੁਲਾਕਾਤ ਵੀ ਕਰਵਾ ਸਕਦਾ, ਜ਼ਿਕਰ ਵੀ ਕਰੇਗਾ। ਕਿਸੇ ਮੌਜਜ਼ੇ ਕਰਾਮਾਤ, ਜਿਹੜਾ ਕੁਲੀਆ ਹੈ, ਕਿਸੇ ਮੌਜਜ਼ੇ ਕਰਾਮਾਤ, ਜਾਦੂ, ਇਹ ਸੱਚਾ ਵਲੀ ਹੋਣ ਦੀ ਦਲੀਲ ਹੀ ਨਹੀਂ ਹੈਗੀ। ਤੁਸੀਂ ਮੰਨ ਲੈਂਦੇ ਹੋ ਕਿ ਨਹੀਂ ਜੀ, ਇਹਨੇ ਮੈਨੂੰ ਦੱਸ ਦਿੱਤਾ ਮੇਰੀ ਔਲਾਦ ਕਿੰਨੀ ਹੋਏਗੀ, ਮੈਂ ਕੀ ਕਰਾਂਗਾ, ਕੀ ਖਾਵਾਂਗਾ, ਕੀ ਪਾਵਾਂਗਾ, ਮੇਰਾ ਨਾਂ ਦੱਸਤਾ, ਪਿੰਡ ਦੱਸਤਾ, ਇਹ ਸੱਚਾ ਵਲੀ ਨਹੀਂ। ਇਹ ਸੱਚਾ ਵਲੀ ਹੋਣ ਦੀ ਦਲੀਲ ਹੀ ਨਹੀਂ। ਸੱਚਾ ਵਲੀ ਉਹੀ ਹੈ ਜੋ ਅੱਜ ਦੀ ਜ਼ਰੂਰਤ ਯਾਨੀ ਇਮਾਮ ਜ਼ਮਾਨਾ ਨਾਲ ਮਿਲਵਾ ਦੇ। ਠੀਕ ਹੈ, ਕਿਉਂਕਿ ਫਰਮਾਨ ਹੈ ਜਿਹੜਾ ਬੰਦਾ ਵੀ ਆਪਣੇ ਵਕਤ ਦੇ ਇਮਾਮ ਦੀ ਮਾਰਫਤ ਤੋਂ ਬਗੈਰ ਮਰ ਗਿਆ, ਕੁਫਰ ਅਤੇ ਜਹਾਲਤ 'ਤੇ ਮਰਿਆ। ਅਤੇ ਫਿਰ ਪੀਰ ਫੜਨ ਦਾ ਮਕਸਦ ਤਾਂ ਇਹ ਹੈ ਨਾ ਕਿ ਉਹ ਸਾਨੂੰ ਇਹ ਜਹਾਲਤ ਤੋਂ ਕੱਢੇ, ਇਹ ਕੁਫਰ ਤੋਂ ਕੱਢੇ, ਅਤੇ ਉਹਨੂੰ ਸਿੱਧੇ ਪਾਸੇ ਲੈ ਕੇ ਆਵੇ। ਅਤੇ ਇਹ ਕਿਹੜਾ ਪੀਰ ਹੈ ਜਿਹੜਾ ਸਾਨੂੰ ਹਾਲੇ ਵੀ ਉਹ ਟਰੱਕ ਦੀ ਬੱਤੀ ਪਿੱਛੇ ਲਾਇਆ ਉਹਨੇ, ਕਿ ਪੁਰਾਣੀਆਂ ਗੱਲਾਂ ਸੁਣਾਈ ਜਾ ਰਿਹਾ, ਜਿਹੜਾ ਵਕਤ ਦੀ ਜ਼ਰੂਰਤ ਉਹ ਦੱਸ ਨਹੀਂ ਰਿਹਾ। ठीक है, उन्होंने इनका शॉर्टकट जो है इस बात में बताने का मकसद यही है सारे में
کہ ماضی اور جو آج ہے اور جو کل ہوگا آنے والا کل، یہ سب کچھ جھوٹے ولی بھی جانتے ہیں اور سچے ولی بھی جانتے ہیں۔ جو سچے ولی ہوتے ہیں ان کا مرشد مولا علی علیہ السلام ہوتا ہے، اور جھوٹے ولی ہوتے ہیں وہ شیطان کے پیروکار ہوتے ہیں، ان کو ولایت شیطان کی طرف سے ملتی ہے۔ یہ بھی سب کچھ جانتے ہیں، آنے والا کل کیا ہوگا، جو بیت گیا ہے وہ کیا ہے، اور جو ہے وہ کیا ہے، یہ بھی جانتے ہیں وہ۔ اس کو دیکھ کے کسی کو ولی ماننا نہیں ہے۔ اور جو سچا ولی ہوگا وہ سادہ ہوگا، پہچانا نہیں جائے گا، عام دنیا دار بن کے رہے گا، عبادت کرے گا تو چھپ کے کرے گا۔ جبکہ جھوٹا ولی جو ہوگا وہ اپنے لباس سے اور مامے سے اور اخلاق سے اور گفتگو کے انداز سے ایسا آپ کو لگے گا کہ جناب اس کے جیسا کوئی عالم ہی نہیں ہے، اس کے جیسا کوئی ولی مرشد ہی نہیں ہے۔ وہ اس طرح وہ شو آف کرے گا آپ کو، ٹھیک ہے۔ اور جھوٹے ولی کی بس ایک کمزوری ہوتی ہے، وہ یہ کمزوری ہوتی ہے کہ وہ آپ کو دنیا کا علم تو دے گا، لیکن آپ کے جو وقت کا امام ہے اس کی معرفت نہیں دے سکا، اس کی پہچان نہیں کروا سکے، وہ انٹروڈیوس نہیں کروا سکے گا، ٹھیک ہے۔ یہ اس کی پرابلم ہے۔ جب اس کو وقت کے امام کے بارے میں پوچھو گے تو وہ ٹال مٹول کرے گا، آپ کو نماز کے بارے میں لگا دے گا، روزہ رکھو، حج کرو، ماں باپ کا ادب کرو، ہمسایوں کے بارے، یعنی کہ یہ درس دے گا انسانیت کا، اور یہی تو ہمیں غیر مسلم سے بھی مل جاتا ہے۔ تو پھر ڈفرینٹ کیا ہے اس دونوں میں؟ چلو، لہٰذا وہ ٹال مٹول کرے گا اور وقت کا امام ہی آپ کو نہیں بتائے گا، کیونکہ اس کو پتہ نہیں، وہ خود جو ہے نا جاہل ہے۔ سچے ولی کی نشانی ہوگی کہ وہ تمام جتنے بھی ذکر ہو رہے ہیں، جتنی بھی تعلیم دی جا رہی ہیں، وہ سب ذکر پہ امام زمانہ علیہ السلام کے ذکر کو ترجیح دے گا، کیونکہ ہمارے لیڈر امام زمانہ علیہ السلام ہیں، امام مہدی علیہ السلام ہیں۔ تو جب ہمیں لیڈر کا ہی نہیں پتہ، تو ہمارے استاد مرشد رہبر کا ہی نہیں پتہ، تو ہم دنیا میں کیا کر سکتے ہیں؟ کچھ بھی نہیں۔ تو وہ جو سچا ولی ہوگا وہ آپ کو امام زمانہ علیہ السلام سے ملاقات بھی کروا سکتا ہوگا، ان کی معرفت بھی دے گا، ٹھیک ہے۔ اور یہاں پہ کلیہ یہ ہے، ٹھیک ہے، رول یہ ہے کہ کسی بھی معجزہ، کرامات یا جادو سچا ولی ہونے کی دلیل نہیں ہوتی۔ سچا ولی وہی ہے جو آج کی ضرورت کو پورا کرے، یعنی امام زمانہ علیہ السلام سے ملوا دے۔ امام زمانہ کے بغیر کچھ بھی نہیں ہے۔ کوئی بھی کام ایسا بتا دیں جو بغیر کسی رہبر کے، مرشد کے، لیڈر کی کوئی سر انجام پا سکتا ہے، نہیں نا، دنیا میں کوئی ایسا کام نہیں ہے۔ تو وقت کے امام کے بغیر آپ کیا کر سکتے ہیں؟ دنیا دار عالم جھوٹے ہو سکتے ہیں، بلکہ ہوتے ہیں۔ دنیا پیسے کی خاطر بک سکتے ہیں، لیکن امام زمانہ جو ہے وہ نہ شیعہ ہے، نہ سنی ہے، نہ ہندو ہے، نہ مسلم، وہ کچھ بھی نہیں ہے۔ وہ جو ہے وہ ہے، میں مسلم کہہ گیا، غلط کہہ گیا، مقصد بات کرنے کا وہ وہی ہیں جو اللہ پاک جو ہونا چاہیے ان کو۔ باقی جو ہیں وہ اپنے اپنے فرقے کی سپورٹ کرتے ہیں، جماعت کی سپورٹ کرتے ہیں۔ امام زمانہ تو وہی ہیں نا جو اللہ پاک کی طرف سے ہیں، ٹھیک ہے۔ وہ تو آپ کو حق کی طرف لے کے جائیں گے نا، تو پھر ان کو تلاش کریں، کیوں ان لوگوں کے چکر میں پڑے ہوئے ہیں؟ سچا ولی شو آف نہیں کرے گا، کرامات نہیں کرے گا، کبھی ضرورت پڑی تو کرتا بھی ہے، لیکن جھوٹا ولی اپنے آپ کو ہر طریقے سے شو کرے گا کہ میں بڑا سچا ہوں۔ باقی حب علی رحمت اللہ، بغض علی لعنت اللہ۔